ईरान बिल्कुल करीब सी कि वो एटमी ताकत बन जाए तो दूसरा मुमालिक होंदा मुस्लिम जेड़ा दुनिया के उत्ते एटमी ताकत रखता है। ईरान के साथ हैं हम और इसके इंशाल्लाह मुंह तोड़ जवाब देंगे। छोटा सा मुल्क है इसराइल, इर्द गिर्द सब मुसलमान हैं, उनके किसी में जरूरत ही नहीं बोलने की। ਤੁਸੀਂ ਕਹਿਣਾ ਚਾਹ ਰਹੇ ਹੋ ਕਿ ਸਾਰੇ ਮੁਸਲਿਮ ਮਮਾਲਿਕ ਇਕੱਠੇ ਹੋ ਕੇ ਇਹਨਾਂ ਨੂੰ ਜਵਾਬ ਦੇਣ? बिल्कुल देना चाहिए इनको। जिन्हें भी अपना इस्लामी ममालिक ने अलग-अलग इन्हां दी अपनी अलग-अलग बोली, जब ਜਦੋਂ तक सारे इकट्ठे नहीं होंगे इन्हां दे नाल इंज ज्यादती होंदी रही। इसराइल जो है वो जो काम कर रहा है वो अमेरिका के कहने पे कर रहा है। जैसे आप बयानात सुन रहे होंगे कि अमेरिका बड़ा क्लियरली कह रहा है कि मेरा पीछे कोई हाथ नहीं है। अब नन्हे बच्चे तो कोई भी नहीं है। ਸਾਡੇ ਜਿਹੜੇ ਮੁਸਲਮ ਨੇ ਸਊਦੀਆ ਹੋਇਆ, ਦੁਬਈ, ਕਤਰ, ਇਹ ਉਹ ਜਿੰਨੀਆਂ ਵੀ ਰਿਆਸਤਾਂ ਨੇ ਸਾਰੇ ਮਤਲਬ ਕਿ ਈਰਾਨ ਦੇ ਨਾਲ ਚੱਲਣਾ ਪਸੰਦ ਹੀ ਨਹੀਂ ਕਰਦੇ। ਮੇਰੀ ਤੇ ਇਹ ਸਾਰੀ ਉਮਤ ਮੁਸਲਮਾਨਾਂ ਨੂੰ ਗੁਜ਼ਾਰਿਸ਼ ਹੈ ਕਿ ਯਕਮੁਖਤ ਹੋ ਕੇ ਮੁਤਹਿਦ ਹੋ ਕੇ ਇਹਦੇ ਖਿਲਾਫ ਇਹਨੂੰ ਇੱਥੇ ਹੀ ਰੋਕਥਾਮ ਕੀਤੀ ਜਾਏ, ਨਹੀਂ ਤੇ ਆਹਿਸਤਾ ਆਹਿਸਤਾ ਸਾਰੇ ਅਰਬ ममालिक ਨੂੰ हड़प कर जाएगा। ये बहुत ही डरपोक हरकत है जो कि इसराइल शुरू से करता आ रहा है। अस्सलाम वालेकुम सारिਆਂ ਨੂੰ। ਅੱਜ ਅਸੀਂ ਨਿਕਲੇ ਆ ਇੱਕ ਅਹਿਮ ਮਸਲੇ ਤੇ ਗੱਲ ਕਰਨ ਵਾਸਤੇ। ਇਸਰਾਈਲ ਨੇ ਜੋ ਈਰਾਨ ਤੇ ਹਮਲਾ ਕੀਤਾ ਹੈ, ਆਵਾਮ ਉਸ ਹਮਲੇ ਨੂੰ ਕਿਸ ਨਜ਼ਰ ਨਾਲ ਦੇਖਦੀ ਹੈ ਤੇ ਅੱਜ ਕੱਲ ਜੋ ਮਮਾਲਿਕ ਨੇ ਉਹ ਗੱਲਬਾਤ ਕਰਨ ਦੀ ਬਜਾਏ ਤਾਕਤਾਂ ਦਾ ਇਸਤੇਮਾਲ ਕਿਉਂ ਕਰ ਰਹੇ ਨੇ? ਤੇ ਚੱਲਨੇ ਆ ਆਵਾਮ ਕੋਲ ਤੇ ਉਹਨਾਂ ਦੀ ਰਾਏ ਲੈਣੇ ਆ। ਜਿਹੜਾ ਮੁਲਕ ਵੀ ਇਸ ਟਾਈਮ ਹਮਲਾ ਕਰ ਰਿਹਾ ਨਾ ਕਿਸੇ ਦੇ, ਦੇਖੋ ਉਹ ਯੂਕਰੇਨ ਦੇ ਪਿੱਛੇ ਬੈਠਾ ਸੀ, ਉਹਨੇ ਉਹਦੇ ਕਰਤਾ ਹਮਲਾ। ਅਮਰੀਕਾ ਬੈਠਾ ਹੁਣ ਇਹਨਾਂ ਦੇ ਪਿੱਛੇ ਆ ਕੇ ਬੈਠਾ, ਕਦੀ ਉਹ ਫਲਸਤੀਨ ਤੇ ਕਰਵਾ ਰਿਹਾ, ਕਦੀ ਗਾਜ਼ਾ ਤੇ, ਕਦੀ ਈਰਾਨ ਤੇ, ਕਦੀ ਇਰਾਕ ਤੇ। ਇਹ ਅਮਰੀਕਾ ਸਭ ਦੇ ਪਿੱਛੇ ਬੈਠਾ ਹੈ। ਇਹ ਜਿਹੜਾ ਨਾ ਇਹ ਅਮਰੀਕਾ ਨੂੰ ਜਦ ਤੱਕ ਜਿਹੜਾ ਨਾ ਇਹ ਬਜਾਏ ਕਿ ਕਿਸੇ ਇਸਰਾਈਲ ਨੂੰ ਛੱਡਣ ਦੇ ਨਾ, ਮੈਂ ਕਹਿੰਦਾ ਸਾਰੇ ਮੁਲਕ ਰਲ ਕੇ ਨਾ ਅਮਰੀਕਾ ਦੀ ਜਿਹੜੀ ਨਾ ਉਹ ਅਮਰੀਕਾ ਤੇ ਅਟੈਕ ਕਰ ਦਿਓ। ਠੀਕ ਹੈ, ਸਾਰੇ ਮੁਲਕ ਰਲ ਕੇ ਨਾ ਥੋੜੇ ਥੋੜੇ ਪੈਸੇ ਪਾ ਕੇ ਤੇ ਅਮਰੀਕਾ ਨੂੰ ਨਿਬੜ ਲੈਣ ਤੇ ਸਾਰੇ ਦੁਨੀਆ ਦੇ ਉੱਤੇ ਜਿਹੜਾ ਨਾ ਇਹ ਸਕੂਨ ਹੋ ਜਾਏਗਾ। ਇਹ ਅਮਰੀਕਾ ਜਿਹੜਾ ਨਾ ਚੈਨ ਨਾਲ ਬਹਿੰਦਾ ਨਹੀਂ ਪਿਆ। ਦੇਖੋ ਉੱਥੇ ਅਫਗਾਨਿਸਤਾਨ ਹੀ ਵੜਿਆ ਤੇ ਕੀ ਇਹਦਾ ਹਾਲ ਹੋਇਆ। ਜਿਸ ਮੁਲਕ ਵੀ ਵੜਦਾ ਅਖੀਰਨ ਜਿਹੜਾ ਨਾ ਉੱਥੋਂ ਭੱਜਣਾ ਪੈਂਦਾ। ईरान बिल्कुल करीब सी कि वो एटमी ताकत बन जाए तो दूसरा मुमालिक होंदा मुस्लिम जेड़ा दुनिया के उत्ते एटमी ताकत रखता है, इस्लामिक मुमालिक। तो वो इजराइल है नहीं चाहता कि यह मुल्क जेड़ा है वो एटमी ताकत बने। उसले उन्हें इसलिए दूसरे मुमालिक के जेड़े साइंसदान ने उन्होंने टारगेट किया है, उनके फौजी भी मारे ने। वो कहता है कि बस मेरी हुकूमत होए, उनके पिछे अमेरिका है। वो यह चाह रहे हैं कि बस हर जगह यहूदी फैलन ते वो सरासर गुंडागर्दी कर रहे हैं। ਇਸ ਤੋਂ ਪਹਿਲੇ ਉਹਨਾਂ ਨੇ ਕੀਤਾ ਫਲਸਤੀਨ ਤੇ ਹਮਲਾ, ਫਿਰ ਉਸ ਤੋਂ ਬਾਅਦ ਕੀਤਾ ਈਰਾਨ ਤੇ ਹਮਲਾ, ਤੇ ਤੀਸਰਾ ਮੁਲਕ ਤੁਹਾਨੂੰ ਲੱਗਦਾ ਕਿ ਪਾਕਿਸਤਾਨ ਹੋ ਸਕਦਾ ਹੈ? कोई शक नहीं, क्योंकि उनका ਜਿਹੜਾ ਦਿਮਾਗ ਹੈ ਉਹ ਕੋਈ ਵੀ ਨਹੀਂ ਪੜ ਸਕਦਾ। ਯਹੂਦੀ ਹੈ ਨਾ, ਯਹੂਦੀ ਦੇ ਦਿਮਾਗ ਦੇ ਵਿੱਚ ਫਿਤਨਾ ਹੀ ਹੈ ਤੇ ਉਹ ਚਾਹੁੰਦਾ ਹੈ ਕਿ ਵਨ ਬਾਏ ਵਨ ਮੈਂ ਜਿਹੜੇ ਮੁਸਲਿਮ ਮਮਾਲਿਕ ਨੇ ਉਹਦੇ ਵਿੱਚ ਆਪਣੀ ਹਕੂਮਤ ਕਾਇਮ ਕਰਾਂ, ਯਹੂਦੀ ਹਕੂਮਤ ਕਾਇਮ ਕਰਾਂ। ਤੇ ਪਹਿਲੇ ਗਜ਼ਾ ਫਲਸਤੀਨ ਸੀ, ਫਿਰ ਹੁਣ ਈਰਾਨ ਆ ਗਿਆ। ਈਰਾਨ ਤੋਂ ਬਾਅਦ ਸ਼ਾਇਦ ਪਾਕਿਸਤਾਨ ਦੀ ਵਾਰੀ ਹੋਈ ਤੇ ਇਨਸ਼ਾਅੱਲਾ ਜਦੋਂ ਸਾਡੀ ਵਾਰੀ ਆਏਗੀ ਫਿਰ ਅਸੀਂ ਦੱਸਾਂਗੇ ਨਾ ਅਸੀਂ ਫਲਸਤੀਨ ਆ, ਨਾ ਅਸੀਂ ਗਜ਼ਾ, ਨਾ ਅਸੀਂ ਈਰਾਨ ਆ, ਅਸੀਂ ਪਾਕਿਸਤਾਨ ਆ ਅਲਹਮਦੁਲਿਲਾ। ਇਸਰਾਈਲ ਜੋ ਹੈ ਉਹ ਮੁਸਲਿਮ ਮਮਾਲਿਕ ਨੂੰ ਟਾਰਗੇਟ ਕਰ ਰਿਹਾ ਤੇ ਤੁਹਾਨੂੰ ਲੱਗਦਾ ਕਿ ਅਗਲਾ ਮੁਲਕ ਪਾਕਿਸਤਾਨ ਵੀ ਹੋ ਸਕਦਾ ਹੈ? ਨਹੀਂ ਜੀ, ਇਹ ਤਾਂ ਉਹਨਾਂ ਦੀ ਭੁੱਲ ਹੈ ਕਿ ਪਾਕਿਸਤਾਨ ਵਾਲੇ ਤੋਂ ਮੈਲੀ ਅੱਖ ਨਾਲ ਨਹੀਂ ਦੇਖ ਸਕਦੇ। ਉਹਨਾਂ ਨੂੰ ਸਬਕ ਮਿਲ ਗਿਆ ਇੱਕ ਦਫਾ ਇੰਡੀਆ ਨੂੰ ਉਹਨਾਂ ਨੇ ਵੇਖ ਲਿਆ ਕਿ ਪਾਕਿਸਤਾਨ ਕੀ ਕਰ ਸਕਦੀ ਹੈ, ਸਾਡੀ ਆਵਾਮ, ਸਾਡੀ ਫੌਜ। ਇਹਨਾਂ ਸੋਚਿਆ ਨੇ ਕਿ ਸਾਡੀ ਫੌਜ ਇਕੱਲੀ ਹੈ, ਪੂਰਾ ਪਾਕਿਸਤਾਨ ਸਾਡੀ ਫੌਜ ਦੇ ਨਾਲ ਹੈ ਤੇ ਇਨਸ਼ਾਅੱਲਾ ਅਸੀਂ ਫੌਜ ਨਾਲ ਹੀ ਰਹਾਂਗੇ। ਔਰ ਕੋਈ ਵੀ ਮੁਲਕ, ਕੋਈ ਵੀ ਚਾਹੇ ਅਮਰੀਕਾ ਹੈ, ਚਾਹੇ ਇਸਰਾਈਲ ਹੈ, ਕੋਈ ਵੀ ਗੈਰ ਮੁਸਲਿਮ ਮੁਲਕ ਹੈ, ਕਿਸੇ ਵੀ ਸਾਡੀ ਪਾਕਿਸਤਾਨ ਵਾਲੇ ਕੋਈ ਮੈਲੀ ਅੱਖ ਕਰਕੇ ਵੀ ਦੇਖੇਗਾ ਅਸੀਂ ਉਹਦੀ ਅੱਖਾਂ ਕੱਢ ਲਾਂਗੇ। ਈਰਾਨ ਦੇ ਸੁਪਰੀਮ ਲੀਡਰ ਨੇ ਉਹਨਾਂ ਨੇ ਕਿਹਾ ਹੈ ਕਿ ਇਸਰਾਈਲ ਨੂੰ ਅਸੀਂ ਹੁਣ चंगी तरह सजा देवांगे। इसराइल पूरे पाकि मुल्क के अंदर, दुनिया के अंदर दहशतगर्द बना हुआ है इस टाइम, उसको मुंह तोड़ जवाब देना चाहिए। और इसका बहुत अच्छा फैसला है ईरान का कि ये उन्होंने हिकमत अमली इख्तियार की है कि उसको मुंह तोड़ जवाब दिया जाए। और उसने इसराइल तो इस टाइम बदमाश बना हुआ है पूरी दुनिया के ऊपर। कभी पहले फ़लस्तीन पे उसने अब हमला किया है और इतना मासूम लोगों की जानें ली हैं। और इंशाअल्लाह हम लोग सब उस जो इसके ख़िलाफ़ हैं, इसराइल के ख़िलाफ़ हैं, हम सब उसके साथ हैं, ईरान के साथ हैं हम, और इसके इंशाअल्लाह मुँह तोड़ जवाब देंगे। पहले फ़लस्तीन फिर ईरान, तो हूँ तुहानू लगता है कि वो पाकिस्तान वाल मुँह करेगा? वो इसकी हिम्मत नहीं है। इसी हमारी पाक फ़ौज जो है वो हर तरह का जवाब देने के लिए तैयार है। और जिस तरह इंडिया का मुँह तोड़ जवाब दिया गया है, इंडिया भी इंशाअल्लाह कोई कोशिश नहीं करेगा कि इधर मुँह कर सके। और इसराइल को तो इंशाअल्लाह यहाँ पे अगर उसने कोई हमला करने की कोशिश की
तो इंशाल्लाह दुनिया देखेगी कि उसको निस्तो नाबूद करके रखेंगे इंशाल्लाह। मुसलमानों मुल्कों को खुद चाहिए कि इनके साथ मिले, ये आपस में नहीं मिलते, इस वजह से इनके ये हालात बने हुए। तो क्या है, छोटा सा मुल्क है इसराइल, इर्द गिर्द सब मुसलमान हैं, उनके किसी में जरूरत ही नहीं बोलने की। ਤੁਸੀਂ कहना चाह रहे हो कि सारे मुस्लिम ममालिक इकट्ठे होकर ना जवाब दें? बिल्कुल देना चाहिए इनको, मुसलमानों को सबको मिलकर जवाब देना चाहिए। आज इनका पेट्रोल बंद करें, इनको लग पा जाएगा कि है, मगर हम मुसलमानों को भी अपना पड़ा हुआ ना कि हमें कोई ना कुछ कहे, उसको कुछ कहा तो आप साइड पे हो जाते हैं सारे। तो ये इनको यही चाहिए कि ये कम से कम इजराइल के खिलाफ इतनी अपनी मुहिम चलाएं कि ये खुद अकेला रह जाए दुनिया में। ਮੈਨੂੰ ਇਹ ਦੱਸੋ ਕਿ ਮਮਾਲਿਕ ਅੱਜਕੱਲ ਡਿਪਲੋਮੇਸੀ ਦਾ ਰਾਸਤਾ ਇਖਤਿਆਰ ਕਰਨ ਤੋਂ ਬਜਾਏ ਗੱਲਬਾਤ ਕਰਨ ਤੋਂ ਬਜਾਏ ਸਿੱਧਾ ਤਾਕਤਾਂ ਦਾ ਇਸਤੇਮਾਲ ਕਿਉਂ ਕਰਦੇ ਨੇ? ਇਸ ਲਈ ਕਿ ਸਾਡੇ ਜਿੰਨੇ ਵੀ ਆਪਣਾ ਇਸਲਾਮੀ ਮਮਾਲਿਕ ਨੇ ਅਲੱਗ-ਅਲੱਗ ਇਹਨਾਂ ਦੀ ਆਪਣੀ ਅਲੱਗ-ਅਲੱਗ ਬੋਲੀ, ਜਦੋਂ ਤੱਕ ਸਾਰੇ ਇਕੱਠੇ ਨਹੀਂ ਹੋਣਗੇ ਇਹਨਾਂ ਦੇ ਨਾਲ ਇੰਝ ਜ਼ਿਆਦਤੀ ਹੁੰਦੀ ਰਹੀ। ਤੁਸੀਂ कहना चाह रहे हो कि सारे जो मुस्लिम ममालिक ने सारे इकट्ठा होना चाहिए, इकट्ठे हो जाए, और स्पेशली इसराइल के खिलाफ, क्योंकि ये तो जब भी चाहता है, जिसको चाहता है उसके साथ जारियत करता है। ये बड़ा गलत काम है। इस तरह तो फिर ये पाकिस्तान पे भी हमला हो सकता है। इनको सबको चाहिए कि उनके साथ मिल के उसके कुछ सदेबाब करे या उसके खिलाफ लड़े। ਤੇ ਇਜ਼ਰਾਈਲ ਦੇ ਪਿੱਛੇ ਸਪੋਰਟ ਕਿਹਦੀ ਹੈ ਤੁਹਾਨੂੰ ਕੀ ਲੱਗਦਾ? ਅਮਰੀਕਾ ਦੀ ਜ਼ਾਹਿਰ ਹੈ, ਅਮਰੀਕਾ ਦੀ ਉਹ ਤੇ ਹੈ ਹੀ ਅਮਰੀਕਾ ਜੀ ਉਹਦੇ ਪਿੱਛੇ ਤੇ ਗਲਤ ਹੈ। ਤੇ ਅਸਲ ਤੇ ਮੁਸਲਮਾਨਾਂ ਦਾ ਦੁਸ਼ਮਨ ये अपना अमेरिका। हम मुस्लिम ममालिक जो है ना वो उनके ज़मीर ख़त्म हो गए हैं। हम लोग मुसलमानों के लिए कोई आवाज़ बुलंद नहीं करता, सिर्फ एक बड़ा प्यारा सा बयान देते हैं कि हम मजम्मत करते हैं। हालांकि इस पे सबको इकट्ठा हो जाना चाहिए और उसके लिए सब बजाय कि इसराइल को अपने अड्डे दें, हमारे काफ़ी मुसलमान ममालिक भाई हैं उनको अपने अड्डे भी दे रहे हैं और वहाँ से वो प्रवासी भी कर रहे हैं ईरान के लिए। तो ये आहिस्ता आहिस्ता जितनी एटॉमिक पावर्स हैं मुस्लिम कंट्रीज़ की, ये उन तमाम ममालिक को ख़त्म करेंगे। अब क्योंकि ईरान एक खुला सबके सामने दुश्मन था, इसराइल के और अमेरिका के खुला दुश्मन था। उनको खुले हर चीज़, वो मुनाफिक नहीं था, वो हर चीज़ उनको बोलता था, इसलिए उन्होंने पहले उसका निशाना बनाया। इसके बाद पाकिस्तान की बारी है। ਤੁਹਾਨੂੰ ਲੱਗਦਾ कि इसराइल पाकिस्तान के ऊपर हमला कर सकता है? तो ये एटॉमिक पावर है ना पाकिस्तान भी, तो इन्होंने वीक करना है मुस्लिम ममालिक को, ताकि ये सारे के सारे जो हैं वो इनके आगे हाथ फैलाएं। और इसराइल जो है वो जो काम कर रहा है वो अमेरिका के कहने पे कर रहा है। जैसे आप बयानात सुन रहे होंगे कि अमेरिका बड़ा क्लियरली कह रहा है कि मेरा पीछे कोई हाथ नहीं है। अब नन्हे बच्चे तो कोई भी नहीं है, सबको पता है कि अमेरिका के कहने पे, क्योंकि उसकी टॉक्स वगैरह चल रही थी इसराइल के इसके साथ, ईरान के साथ, एटॉमिक जौहरी जो उसके प्लांट्स है उसके बारे में। ईरान उसको नहीं मान रहा था, उसने कहा मैंने ये काम नहीं ख़त्म करना। हाँ जी। तो उसने कहा मैं तो नहीं कुछ कर सकता, तो इसराइल को ही कहते हैं। तो अब इसराइल को उससे फ्रंट पे लग के अपने आप वो पीछे पीछे हो जाता है। अब इसराइल पे ये अगर हमला करेगा ईरान तो दिफा करेगा, वो सपोर्ट तो उसी करेगा इसराइल की। तो इस तरह अब ईरान को एक जितनी बड़ी टेक्नोलॉजी इसराइल के पास है और जितनी स्टेट ऑफ द आर्ट उसके पास इक्विपमेंट्स हैं, वो ईरान के पास तो नहीं है। तो अब देखें अल्लाह ताला करम फरमाए ईरान के ऊपर भी और हमारे तमाम मुस्लिम ममालिक को हदायत दे कि सब अभी भी इकट्ठे हो जाए। ਮੈਨੂੰ ਇਹ ਦੱਸੋ ਕਿ ईरान ਦੇ ਉੱਪਰ ਹਮਲਾ ਕਰ ਰਿਹਾ ਹੈ इसराइल, ਪਹਿਲੇ ਫਲਸਤੀਨ ਤੇ ਕਰਤਾ, ਤੇ ਤੁਸੀਂ ਇਹਨੂੰ ਕਿਸ ਨਜ਼ਰ ਨਾਲ ਦੇਖਦੇ ਹੋ? कोई अच्छे हालात नहीं इस हालात ਦੇ ਵਿੱਚ, ਕਿਉਂਕਿ ਅਰਬ ਸਾਰਾ ਤੇ ਦੇਖੋ ਅੱਜ ਵੀ ਇਸਰਾਈਲ ਦੇ ਆਰੇ ਦਾ ਵਾਲੇ ਹੀ ਹੈ। ਮਤਲਬ ਤੇ ਤੁਸੀਂ ਸਾਊਦੀਆ ਤੋਂ ਲੈ ਕੇ ਐਮੀਰੇਟਸ ਤੱਕ ਕਿਸੇ ਦਾ ਵੀ ਇਹਨਾਂ ਦਾ, ਕਤਰ ਤੋਂ ਵੀ ਸਾਰੇ ਹੀ ਉਹਦੇ ਨਾਲ ਮਿਲਦੇ ਜੁਲਦੇ ਨੇ। ਤੇ ਰਹਿ ਗਿਆ ਈਰਾਨ ਇਹਨਾਂ ਤੋਂ ਇਲਾਦਾ ਸੀ ਸਿਰਫ। ਤੇ ਈਰਾਨ ਦਾ ਮਾਸ਼ਾਅੱਲਾ ਇਸ ਲਈ ਤਕਰੀਬਨ ਮੇਰੇ ਖਿਆਲ ਵਿੱਚ ਐਟਮੀ ਕੂਵਤ ਤੇ ਉਹਦੇ ਕੋਲ ਆ ਚੁੱਕੀ ਹੈ। ਉਹਦੇ ਬਾਵਜੂਦ ਇਸਰਾਈਲ ਤੇ ਸਾਡੇ ਹੀ ਆਪਣੇ ਹੀ ਤੁਸੀਂ ਕਹਿ ਲਓ ਅਰਬ ਜਿੰਨੇ ਵੀ ਨਾਲ ਨੇ ਕੰਟਰੀ, ਇਹ ਵੀ ਨਹੀਂ ਚਾਹੁੰਦੇ ਕਿ ਈਰਾਨ ਜਿਹੜਾ ਹੈ ਨਾ ਇੱਕ ਮੁਸਲਿਮ ਕੰਟਰੀ 'ਚ ਉੱਠ ਕੇ ਆਵੇ। ਅੱਛਾ। ਤੇ ਅਲਹਮਦੁਲਿਲਾ ਪਾਕਿਸਤਾਨ ਤੇ ਇੱਕ ਐਟਮੀ ਕੂਵਤ ਮੁਸਲਿਮ ਕੰਟਰੀ ਦੇ ਵਿੱਚ ਇੱਕੋ ਹੀ ਹੈ। ਤੇ ਉਹ ਇਹਨਾਂ ਦੀ ਕੋਸ਼ਿਸ਼ ਹੈ ਕਿ ਖਾਸ ਕਰ ਅਮਰੀਕਨ ਵੀ, ਸਾਡੇ ਅਰਬ ਵੀ ਜਿਹੜੇ ਸਾਡੇ ਨਾਲ ਨਹੀਂ ਗਏ, ਉਹ ਅਮਰੀਕਨ ਪਿੱਠੂ ਨੇ ਸਾਰੇ, ਉਹ ਸਾਡੇ ਨਾਲ ਨਹੀਂ ਗਏ। ਤੇ ਉਹ ਵੀ ਨਹੀਂ ਚਾਹੁੰਦੇ ਕਿ ਇਹ ਐਟਮੀ ਕੂਵਤ ਬਣ ਕੇ ਉਭਰੇ। ਤੇ ਬਾਕੀ ਇਸਰਾਈਲ ਦੇ ਪਿੱਛੇ ਤੇ ਬਲਕਿ ਇਸਰਾਈਲ ਦੇ ਨਾਲ ਤੇ ਅਮਰੀਕਾ ਹੈ, ਅਮਰੀਕਾ ਬਲਕਿ ਉਹਦੇ ਪਿੱਛੇ ਜਾਨ ਦੇਣ ਨੂੰ ਵੀ ਤਿਆਰ ਹੈ। ਤੇ ਸਾਡੇ ਜਿਹੜੇ ਮੁਸਲਿਮ ਨੇ, ਸਾਊਦੀਆ ਹੋਇਆ, ਦੁਬਈ, ਕਤਰ, ਇਹ ਜਿੰਨੀਆਂ ਵੀ ਰਿਆਸਤਾਂ ਨੇ ਸਾਰੇ ਮਤਲਬ ਕਿ ਈਰਾਨ ਦੇ ਨਾਲ
ਚੱਲਣਾ ਪਸੰਦ ਹੀ ਨਹੀਂ ਕਰਦੇ। ਤੇ ਅਲਹਮਦੁਲਿਲਾ ਈਰਾਨ ਜਿਹੜਾ ਹੈ ਜਿਸ ਤਰ੍ਹਾਂ ਸਾਡੇ ਨਿਊਜ਼ ਦੇ ਵਿੱਚ ਸਾਡੇ ਸੁਣਨ ਦੇ ਵਿੱਚ ਆਂਦਾ ਹੈ ਪਿਆ ਤੇ ਬਹੁਤ ਕਰੀਬ ਜਿਹੜਾ ਹੈ ਆਪਣਾ ਐਟਮੀ ਧਮਾਕਾ ਵੀ ਕਰ ਦੇਗਾ। ਅੱਛਾ, ਇਨਸ਼ਾਅੱਲਾ ਦੇਖਣਾ ਤੁਸੀਂ ਕਿ ਕਿਉਂਕਿ ਕਾਫੀ ਸਾਰੀ ਉਮੀਦਾਂ ਨੇ ਵਬਸਤਾ ਨੇ, ਕਿਉਂਕਿ ਅਰਬ ਸਾਡੇ ਦੂਸਰੇ ਕੰਟਰੀ ਨਹੀਂ ਆ ਚਾਹੁੰਦੇ। ਜਦੋਂ ਪਾਕਿਸਤਾਨ ਐਟਮੀ ਤਾਕਤ ਬਣਨ ਵਾਲਾ ਸੀ ਉਦੋਂ ਵੀ ਉਹਨੇ ਇਰਾਦਾ ਕੀਤਾ ਸੀ ਕਿ ਪਾਕਿਸਤਾਨ ਦੀ ਐਟਮੀ ਤਨਸੀਬਾਤ ਤੇ ਹਮਲਾ ਕਰੇ, ਲੇਕਿਨ ਸਾਡੇ ਜਵਾਨਾਂ ਨੇ ਸਾਡੇ ਇਦਾਰਿਆਂ ਨੇ ਬਰ ਵਕਤ ਉਹਦੀ ਕਾਰਵਾਈ ਕਰਕੇ ਉਹਦੇ ਇਸ ਮਨਸੂਬੇ ਨੂੰ ਮਲੀਆ ਮੇਟ ਕੀਤਾ। ਈਰਾਨ ਨੂੰ ਚਾਹੀਦਾ ਸੀ ਕਿ ਗੱਲਾਂ ਘੱਟ ਕਰਦਾ ਕੰਮ ਜ਼ਿਆਦਾ ਕਰਦਾ, ਉਹਨੇ ਗੱਲਾਂ ਬਹੁਤੀਆਂ ਕੀਤੀਆਂ ਨੇ ਕੰਮ ਘੱਟ ਕੀਤੇ ਨਹੀਂ ਨੇ। ਉਹਨਾਂ ਦੇ ਸੁਪਰੀਮ ਲੀਡਰ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਐਸਾ ਜਵਾਬ ਦਾਂਗੇ, ਐਸੀ ਸਜ਼ਾ ਦਾਂਗੇ, ਉਹ ਯਾਦ ਰੱਖੇਗਾ। ਦੇਖੋ ਨਾ ਕਿ ਜਦੋਂ ਉਹਨੇ ਸਟ੍ਰਾਈਕ ਕੀਤਾ ਇਹਨਾਂ ਦਾ 에ਅਰ ਡਿਫੈਂਸ ਸਿਸਟਮ ਬਿਲਕੁਲ ਨਕਾਰਾ ਹੋ ਗਿਆ। ਆਇਆ ਇੰਨਾ ਪੈਸਾ ਇੰਨੀ ਅਰਸੇ ਤੋਂ ਉਹਨਾਂ ਨੇ ਆਪਣਾ 에ਅਰ ਡਿਫੈਂਸ ਸਿਸਟਮ ਜਿਹੜਾ ਉਹ ਕਿਉਂ ਮਜ਼ਬੂਤ ਨਹੀਂ ਕੀਤਾ। ਪਾਕਿਸਤਾਨ ਤੇ ਵੀ ਇੰਡੀਆ ਨੇ ਪਿਛਲੇ ਦਿਨਾਂ ਹਮਲਾ ਕੀਤਾ। ਪਾਕਿਸਤਾਨ ਦਾ ਦਿਫਾਈ ਨਿਜ਼ਾਮ ਮਾਸ਼ਾਅੱਲਾ ਸਾਰੀ ਦੁਨੀਆ ਨੂੰ ਉਹਨੇ ਦਿਖਾਇਆ ਕਿ ਅਸੀਂ ਕੋਈ ਤਾਕਤ ਰੱਖਦੇ ਹਾਂ, ਅਸੀਂ ਦਿਫਾ ਦਾ ਨਿਜ਼ਾਮ ਪੂਰਾ ਰੱਖਦੇ ਹਾਂ। ਮੁਸਲਮਾਨਾਂ ਨੂੰ ਇਹ ਚਾਹੀਦਾ ਹੈ ਕਿ ਜੋ ਆਪਣੇ ਜਿੰਨੇ ਤੁਸੀਂ ਅਯਾਸ਼ੀ ਤੇ ਪੈਸੇ ਖਰਚ ਰਹੇ ਹੋ ਉਹ ਆਪਣੇ ਦਿਫਾ ਤੇ ਲਾਓ, ਤਾਂ ਕਿ ਤੁਹਾਡੀ ਕੌਮ, ਤੁਹਾਡਾ ਮੁਲਕ, ਤੁਹਾਡੀ ਸਲਤਨਤ ਜਿਹੜੀ ਉਹ ਕਾਇਮ ਦਾਇਮ ਰਹੇ, ਕਿਸੇ ਦੀ ਜ਼ਰੂਰਤ ਨਾ ਹੋਏ। ਮੈਲੀ ਆਖਦੇ ਈਰਾਨ ਨੇ ਇਹੋ ਹੀ ਆਪਣੀਆਂ ਪ੍ਰੋਕਸੀਆਂ ਵਾਰਾਂ ਕਰਕੇ ਪਹਿਲੇ ਫਲਸਤੀਨ ਨੂੰ ਮੁਕਾਇਆ, ਲਿਬਨਾਨ ਨੂੰ ਮੁਕਾਇਆ, ਯਮਨ ਨੂੰ ਮੁਕਾਇਆ, ਇਹ ਪ੍ਰੋਕਸੀ ਵਾਰਾਂ ਇਰਾਕ ਨੂੰ ਮੁਕਾਇਆ। ਇਹ ਜਦੋਂ ਉਹਨਾਂ ਨੂੰ ਮੁਕਾਉਂਦਾ ਸੀ ਉਦੋਂ ਉਹਨੂੰ ਇਹ ਨਜ਼ਰ ਨਹੀਂ ਆਇਆ ਕਿ ਕੱਲ੍ਹ ਨੂੰ ਇਹ ਮੇਰੇ ਤੇ ਵੀ ਆ ਸਕਦੇ ਨੇ। ਇਹਨੇ ਕੱਲ੍ਹ ਨੂੰ ਮੁਸਲਮਾਨਾਂ ਨੂੰ ਮੁਕਾਉਣ ਲਈ ਇਸਰਾਈਲ ਦਾ, ਅਮਰੀਕਾ ਦਾ ਭਰਪੂਰ ਸਾਥ ਦਿੱਤਾ ਹੈ। ਅੱਜ ਆਪ ਫਸ ਗਿਆ। ਜਦੋਂ ਆਪ ਫਸਿਆ ਤੇ ਉਹਦੇ ਸਾਰਾ ਕੁਝ ਬਾਹਰ ਆ ਗਿਆ ਕਿ ਇਹਦੇ ਕੋਲ ਤਾਂ ਕੱਖ ਵੀ ਨਹੀਂ ਹੈਗਾ। ਇਹਨੂੰ ਚਾਹੀਦਾ ਸੀ ਅਗਰ ਤੂੰ ਐਟਮੀ ਕੋਈ ਟੈਕਨੋਲੋਜੀ ਬਣਾ ਰਹੇ ਤਾਂ ਉਹ ਪਾਸੇ ਪਰਦਾ ਬਣਾਈ ਜਾ। ਇਹ ਉਹਦੇ ਤੇ ਕੰਮ ਕੀਤਾ ਕੋਈ ਨਹੀਂ। ਉਹਨਾਂ ਨੇ ਜਦੋਂ ਮੌਕਾ ਆਇਆ ਤੇ ਉਹਨਾਂ ਦਾ ਸਾਰਾ ਸਿਸਟਮ ਕੋਲੈਪਸ ਕਰ ਗਿਆ। ਹੁਣ ਮੇਰੀ ਤੇ ਇਹ ਸਾਰੀ ਉਮਤ ਮੁਸਲਮਾਨਾਂ ਨੂੰ ਗੁਜ਼ਾਰਿਸ਼ ਹੈ ਕਿ ਯਕਮੁਖਤ ਹੋ ਕੇ, ਮੁਤਹਿਦ ਹੋ ਕੇ ਇਹਦੇ ਖਿਲਾਫ ਇਹਨੂੰ ਇੱਥੇ ਹੀ ਰੋਕਥਾਮ ਕੀਤੀ ਜਾਏ, ਨਹੀਂ ਤੇ ਆਹਿਸਤਾ ਆਹਿਸਤਾ ਸਾਰੇ ਅਰਬ ਮਮਾਲਿਕ ਨੂੰ ਹੜਪ ਕਰ ਜਾਏਗਾ। ਅੱਛਾ, ਮੈਨੂੰ ਇਹ ਦੱਸੋ ਕਿ ਈਰਾਨ ਦੇ ਉੱਪਰ ਹਮਲਾ ਕੀਤਾ ਇਸਰਾਈਲ ਨੇ, ਤਾਂ ਤੁਸੀਂ ਇਸ ਹਮਲੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਕੀ ਰਾਏ ਹੈ ਤੁਹਾਡੀ ਇਸਰਾइल ਦੇ ਬਾਰੇ 'ਚ? ये बहुत ही डरपोक हरकत है जो कि इसराइल शुरू से करता आ रहा है, और मुझे लगता है कि अगला निशाना पाकिस्तान भी बन सकता है। तो पाकिस्तानी ममालिक को सबको इकट्ठे होकर एक टेबल पर बैठना चाहिए ताकि वो इस बारे में इसका सोल्यूशन निकालें और इसराइल को कमज़ोर साबित कर सकें। तो पाकिस्तान के साथ साथ बाकी ममालिक को भी बॉयकॉट के साथ साथ और भी बाकी स्टेप्स लेने चाहिए टू बॉयकॉट इसराइल और उनको जो है कमज़ोर साबित करने में। ਆਵਾਮ ਦੀ ਰਾਏ ਤਾਂ ਤੁਸੀਂ ਜਾਣੀ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਰਾਨੀ ਭੈਣ ਭਰਾਵਾਂ ਦੇ ਨਾਲ ਖੜੇ ਹਾਂ, ਲੇਕਿਨ ਉਹਨਾਂ ਦਾ ਇੱਕ ਮੁਤਾਲਬਾ ਹੈ ਪਾਕਿਸਤਾਨੀ ਹੁਕੂਮਤ ਦੇ ਨਾਲ ਕਿ ਕੋਈ ਐਸਾ ਮਨਸੂਬਾ ਬਣਾਇਆ ਜਾਵੇ ਕਿ ਇਸਰਾਈਲ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਏ। ਇਹਦੇ ਨਾਲ ਸਾਨੂੰ ਦੋ ਇਜਾਜ਼ਤ, ਅਗਲੇ ਪ੍ਰੋਗਰਾਮ 'ਚ ਮਿਲਾਂਗੇ। ਅੱਲਾਹ ਹਾਫਿਜ਼।